दर्शकों ਤੁਹਾਡਾ स्वागत है देसी चरोखा चैनल ਦੇ ਵਿੱਚ। ਅੱਜ ਦੇ दिन क्योंकि ਜਿਹੜੇ मौसम है ना वो बड़ी गड़गिदियाँ पढ़ा रही है, कभी गर्मी है तो कभी सर्दी है। तो जो गर्मी ज़्यादा होंगी है तो पॉजिटिवली असी कूलर या AC एयर कंडीशनर इस्तेमाल करते हैं। तो असी उसके बारे कुछ जानकारियाँ जड़ियाँ एक आम जनता चर्चा नहीं हैगियाँ, ਅਸੀਂ ਉਹਨਾਂ ਨੂੰ ਸਮਝਣ ਦੇ ਲਈ ਰਵਿੰਦਰਪਾਲ ਸਿੰਘ ਪੌਲ ਸਾਹਿਬ ਨੂੰ ਬੁਲਾ ਲਿਆ ਆਪਣੇ ਕੋਲ, ਜਿਹੜਾ ਅਸੀਂ ਸ਼ਾਰਟ ਨੇਮ ਬੰਟੀ ਸਿੰਘ ਕਹਿੰਦੇ ਹਾਂ। ਇਹ ਪੌਲ ਰੈਫ੍ਰਿਜਰੇਸ਼ਨ ਦੇ ਪ੍ਰੋਪਰਾਈਟਰ ਅਤੇ ਕੁਛ ਐਸੋਸੀਏਸ਼ਨਸ ਨਾਲ ਜੁੜੇ ਹੋਏ ਨੇ ਜਿਹੜੀਆਂ ਉਸ ਰੈਫ੍ਰਿਜਰੇਸ਼ਨ ਏਅਰ ਕੰਡੀਸ਼ਨਰਸ ਦੇ ਨਾਲ ਵਰਕਆਊਟ ਕਰਦੇ ਨੇ। ਕੁਛ ਡੀਲਰਸ ਨੇ ਵੱਖਰੇ ਵੱਖਰੇ ਕਿਸਮ ਦੀਆਂ ਚੀਜ਼ਾਂ ਨੇ। ਅਤੇ ਤੁਹਾਡਾ ਸਵਾਗਤ ਹੈ ਸਿੰਘ ਸਾਹਿਬ ਦੇਸੀ ਚਰੋਖਾ ਦੇ ਇਸ ਚੈਨਲ ਦੇ। ਅਤੇ ਹੁਣ ਤੁਸੀਂ ਵਧੀਆ ਗੱਲਾਂ ਜਿਹੜੀਆਂ ਨੇ ਏਸੀ ਦੇ ਬਾਰੇ ਇਸਤੇਮਾਲ ਕਿੱਦਾਂ ਹੋਣਾ ਚਾਹੀਦਾ, ਸਾਡੀ ਬਾਡੀ 'ਤੇ ਕੀ ਅਸਰ ਹੁੰਦਾ ਹੈ, ਨੈਗੇਟਿਵ ਅਸਰ ਅਤੇ ਪੋਜ਼ੀਟਿਵ ਅਸਰ, ਇਸ ਬਾਰੇ ਸੋਚੋ ਕੁਝ ਜਾਣਕਾਰੀ ਦਿੱਤੀ ਜਾਏ ਤਾਂ ਬਿਹਤਰ ਰਹੇਗਾ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਮੈਂ ਕਰਨਾ ਚਾਹੁੰਦਾ ਹਾਂ ਦੇਸੀ ਚਰੋਖਾ ਦੇਖਣ ਵਾਲੇ ਸਾਰੇ ਵਿਊਵਰਸ ਨੂੰ ਬਹੁਤ ਧੰਨਵਾਦ। ਤੁਸੀਂ ਅੱਜ ਇਸ ਐਪੀਸੋਡ ਨੂੰ ਲੈ ਕੇ ਆਏ ਆ। ਔਰ ਬਿਲਕੁਲ ਸਰ, ਇਸ ਵੇਲੇ ਜਿਹੜਾ ਕਿ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਔਰ ਇਹਦੇ ਵਿੱਚ ਇੱਕੋ ਹੀ ਤਰੀਕਾ ਮੈਨੂੰ ਲੱਗਦਾ ਆ ਕਿ ਅਸੀਂ AC ਚਲਾ ਕੇ ਠੰਡੀ ਹਵਾ ਲੈ ਸਕਦੇ ਹਾਂ। ਔਰ ਬਿਲਕੁਲ ਸਹੀ ਗੱਲ ਹੈ ਕਿ AC ਦਾ ਇਸ ਵੇਲੇ ਸਾਡੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਯੂਸੇਜ ਹੈਗਾ ਆ। ਕੁਛ ਇੱਕ ਚੀਜ਼ਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ AC ਨੂੰ ਖਰੀਦਦੇ ਹਾਂ ਉਦੋਂ ਇਹ ਬਹੁਤ ਜ਼ਰੂਰੀ ਹੈ ਧਿਆਨ ਰੱਖਣਾ ਕਿ ਅਸੀਂ ਅਕੋਰਡਿੰਗ ਟੂ ਰੂਮ AC ਲਈਏ, ਨਾ ਬਹੁਤਾ ਵੱਡਾ ਲਈਏ ਨਾ ਛੋਟਾ ਲਈਏ, ਕਿਉਂਕਿ ਜਿੰਨੇ ਕੁ ਰੂਮ ਦੀ ਡਾਇਮੈਂਸ਼ਨ ਹੈਗੀ ਹੈ ਕਿਊਬਿਕ ਫੀਟ ਦੇ ਵਿੱਚ ਹੀਟ ਲੋਡ ਨੂੰ ਕੱਢ ਕੇ ਪ੍ਰੋਪਰ ਕਿਸੇ ਇੰਜੀਨੀਅਰ ਨਾਲ ਸਲਾਹ ਕਰਕੇ ਉਸੇ ਸਾਈਜ਼ ਦਾ AC ਮੈਂ ਰਿਕਮੈਂਡ ਕਰਾਂਗਾ ਲਗਾਉਣਾ ਚਾਹੀਦਾ ਆ। ਔਰ ਸੈਕੰਡਲੀ ਜਿਹੜਾ ਏਅਰ ਕੰਡੀਸ਼ਨ ਹੈਗਾ ਆ, ਜਦੋਂ ਤੁਸੀਂ ਇੱਕ ਰੂਮ 'ਚ ਫਿੱਟ ਕਰ ਲਿਆ ਆ, ਜਦੋਂ ਉਹਨੂੰ ਚਲਾਉਣਾ ਆ ਅਤੇ ਅਸੀਂ ਗਰਮੀ ਮਹਿਸੂਸ ਕਰਦੇ ਹਾਂ, ਜਦੋਂ ਕਮਰੇ 'ਚ ਐਂਟਰ ਕਰਦੇ ਹਾਂ ਗਰਮੀ ਮਹਿਸੂਸ ਕਰਦੇ ਹਾਂ ਅਤੇ ਸਾਨੂੰ ਲੱਗਦਾ ਕਿ ਇੱਕਦਮ AC ਔਨ ਹੋਵੇ ਤਾਂ ਇੱਕਦਮ ਕੂਲਿੰਗ ਸ਼ੁਰੂ ਹੋ ਜਾਵੇ। ਇਸ ਤਰ੍ਹਾਂ ਨਹੀਂ ਹੁੰਦਾ। ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲਾਂ ਆਪਣਾ ਬਾਡੀ ਟੈਂਪਰੇਚਰ ਰੂਮ ਟੈਂਪਰੇਚਰ ਦੇ ਕੋਲ ਲੈ ਕੇ ਆਈਏ, ਨੋਰਮਲਾਈਜ਼ ਕਰ ਦਈਏ। ਉਸ ਤੋਂ ਬਾਅਦ ਅਸੀਂ ਏਅਰ ਕੰਡੀਸ਼ਨ ਨੂੰ ਔਨ ਕਰੀਏ। ਔਰ ਜਦੋਂ ਏਅਰ ਕੰਡੀਸ਼ਨ ਔਨ ਕਰੀਏ ਤਾਂ ਇਹ ਜ਼ਰੂਰੀ ਹੈ ਕਿ ਉਸ ਰੂਮ ਦੀ ਜਿਹੜੀ ਹੀਟ ਆ ਉਹਨੂੰ ਬਾਹਰ ਨਿਕਲਣਾ ਜ਼ਰੂਰੀ ਹੈ। ਅਸੀਂ ਕੁਛ ਹਵਾ ਖੋਲ੍ਹ ਕੇ ਉਹਨੂੰ ਥੋੜ੍ਹੀ ਉਹਦੀ ਜਿਹੜੀ ਫਰੈਸ਼ ਹਵਾ ਨੂੰ ਇੱਕ ਰੀਸਾਈਕਲ ਕਰ ਦਈਏ। ਉਸ ਤੋਂ ਬਾਅਦ AC ਜੋ ਚਲਾਵਾਂਗੇ ਅਸੀਂ, ਅਤੇ ਬਹੁਤ ਸਾਰੇ ਮੈਨੂੰ ਕੁਐਸਚਨਸ ਆਉਂਦੇ ਹੈਗੇ ਆ ਕਿ ਸਰ ਕਿੰਨੇ ਟੈਂਪਰੇਚਰ ਦੇ ਉੱਪਰ AC ਰੱਖਣਾ ਚਾਹੀਦਾ ਆ, ਠੀਕ ਹੈ ਨਾ। ਔਰ ਕਿਉਂਕਿ ਇੱਕ ਹਿਊਮਨ ਬਾਡੀ ਜਿਹੜੀ ਆ ਉਹ 24 ਟੈਂਪਰੇਚਰ 25 ਟੈਂਪਰੇਚਰ ਦੇ ਲਾਗੇ ਛਾਗੇ ਕੰਫਰਟੇਬਲ ਹੁੰਦੀ ਹੈ, ਠੀਕ ਹੈ ਨਾ। ਅਤੇ ਉਹਦੇ ਅਕੋਰਡਿੰਗਲੀ ਸਾਨੂੰ 25-26 ਦੇ ਲਾਗੇ ਛਾਗੇ ਰੂਮ ਟੈਂਪਰੇਚਰ ਸੈੱਟ ਕਰਨਾ ਚਾਹੀਦਾ ਦੇ ਸਕਦੀ ਹੈ, ਬਿਲਕੁਲ ਠੀਕ ਹੈ ਨਾ। ਔਰ ਜਦੋਂ ਅਸੀਂ 25 ਤੋਂ 26 ਟੈਂਪਰੇਚਰ ਦੇ ਉੱਪਰ ਰੂਮ AC ਨੂੰ ਰਨ ਕਰਾਂਗੇ ਉਹਦੇ ਦੋ ਬੈਨੀਫਿਟ ਸਾਨੂੰ ਮਿਲਣਗੇ ਕਿ ਪਹਿਲੀ ਗੱਲ ਤਾਂ ਸਾਨੂੰ ਉਨੀ ਕੁ ਠੰਡਕ ਚਾਹੀਦੀ ਹੈ ਜਿੰਨੀ ਕੁ ਸਾਡੀ ਬਾਡੀ ਨੂੰ ਨੁਕਸਾਨ ਨਾ ਪਹੁੰਚਾਵੇ, ਕੰਫਰਟੇਬਲ ਰਹੇ। ਔਰ ਸੈਕੰਡਲੀ ਜਿਹੜੀ ਪਾਵਰ ਕੰਜ਼ੰਪਸ਼ਨ ਆ, ਬਿਜਲੀ ਦੀ ਖਪਤ ਵੀ ਘਟਦੀ ਹੈ। ਬਹੁਤ ਸਾਰੇ ਲੋਕ ਕਹਿੰਦੇ 16 'ਤੇ ਚਲਾਵਾਂਗੇ, ਅਸੀਂ 18 'ਤੇ ਚਲਾਵਾਂਗੇ। ਹੁਣ ਤਾਂ ਜਿਹੜੀ ਗਵਰਨਮੈਂਟ ਦੀ ਵੀ ਜਿਹੜੀ ਗਾਈਡਲਾਈਨ ਆ ਗਈ ਆ ਵੀ ਉਹ 20 ਤੋਂ ਥੱਲੇ ਟੈਂਪਰੇਚਰ ਸੈੱਟ ਹੀ ਨਹੀਂ ਕਰ ਸਕਦੇ ਤੁਸੀਂ, ਉਹ ਫੈਸਿਲਿਟੀਆਂ ਹੀ ਖਤਮ ਕਰ ਦਿੱਤੀਆਂ ਆ। ਕਿਉਂਕਿ 4-5 ਸਾਲ ਪਹਿਲਾਂ ਜਿਹੜੇ AC ਆਉਂਦੇ ਸੀਗੇ ਉਹਦੇ ਵਿੱਚ 16 ਟੈਂਪਰੇਚਰ ਤੱਕ ਤੁਸੀਂ ਸੈੱਟ ਕਰ ਸਕਦੇ ਸੀਗੇ। ਬਟ ਹੁਣ ਕੀ ਆ, ਇਸੇ ਕਰਕੇ ਉਹ 18 ਤੋਂ 20 ਦੇ ਲਾਗੇ ਛਾਗੇ ਵੀ ਉਸ ਤੋਂ ਥੱਲੇ ਤੁਸੀਂ ਸੈੱਟ ਹੀ ਨਹੀਂ ਕਰ ਸਕਦੇ। ਅਤੇ ਜਦੋਂ ਇਹ ਚੀਜ਼ ਅਸੀਂ ਕਰਾਂਗੇ ਅਸੀਂ ਕੰਫਰਟੇਬਲ ਆਪਣੇ ਆਪ ਨੂੰ ਮਹਿਸੂਸ ਕਰਾਂਗੇ। ਔਰ ਰੂਟੀਨ ਦੇ ਵਿੱਚ ਅਸੀਂ ਇੱਕ ਚੀਜ਼ ਜ਼ਰੂਰ ਚੈੱਕ ਕਰਨੀ ਹੈ ਕਿ ਹਫਤੇ ਦੇ ਵਿੱਚ ਇੱਕ ਦਿਨ ਏਅਰ ਫਿਲਟਰ ਨੂੰ ਜ਼ਰੂਰ ਸਾਫ਼ ਕਰਨਾ ਹੈ। ਜਿਹੜਾ ਕਿ ਫਰੰਟ 'ਤੇ ਇੱਕ ਜਾਲੀ ਹੁੰਦੀ ਹੈ ਜਿਹੜੀ ਕਿ ਡਸਟ ਨੂੰ ਖਿੱਚਦੀ ਹੈ ਔਰ ਕੂਲਿੰਗ ਬਾਹਰ ਆਉਂਦੀ ਹੈ। ਉਹ ਜਿਹੜੀ ਡਸਟ ਹੈਗੀ ਨਾ ਉਹਨੂੰ ਜ਼ਰੂਰ ਰਿਮੂਵ ਕਰਨਾ ਚਾਹੀਦਾ ਆ। ਉਹਦੇ ਦੋ ਬੈਨੀਫਿਟ ਹੋਣਗੇ ਜੀ ਸਾਨੂੰ। ਪਹਿਲਾ ਬੈਨੀਫਿਟ ਤਾਂ ਇਹ ਹੋਏਗਾ ਕਿ ਜਿਹੜੀ ਏਅਰ ਕੰਡੀਸ਼ਨ ਦੀ ਸਕਿੰਗ ਪਾਵਰ ਵੱਧ ਜਾਏਗੀ, ਕਿਉਂਕਿ ਜਦੋਂ ਫਿਲਟਰ ਸਾਫ਼ ਹੋਏਗਾ ਤਾਂ ਅੱਛੀ ਹਵਾ ਖਿੱਚੇਗਾ। ਔਰ ਸੈਕੰਡਲੀ ਜਿਹੜੀ ਉਸ ਫਿਲਟਰ ਦੇ ਉੱਪਰ ਡਸਟ ਪਈ ਹੋਈ ਹੈ ਜਿਹੜੀ ਕਿ ਸਾਡੀ ਬਾਡੀ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਉਹਨੂੰ ਰਿਮੂਵ ਕਰਨਾ ਜ਼ਰੂਰੀ ਅਤੇ ਉਹਨਾਂ ਰਿਮੂਵ ਹੋ ਜਾਂਦੀ ਹੈ। ਤਾਂ ਇਹ ਯਾਨੀ ਕਿ ਇਹ ਏਅਰ ਕੰਡੀਸ਼ਨਰ ਜਿਹੜਾ ਹੈਗਾ ਜੀ ਪਾਰਟੀਕਲਸ ਹੈਗੇ, ਡਸਟ ਪਾਰਟੀਕਲਸ ਜਿਹੜੇ ਰੂਮ 'ਚ ਵੀ ਨੇ ਜੀ, ਉਹਨਾਂ ਨੂੰ ਵੀ ਫਿਲਟਰ ਕਰਦਾ ਸਾਡੇ ਵਾਸਤੇ। ਬਿਲਕੁਲ ਜੀ, ਕਿਉਂਕਿ ਏਅਰ ਕੰਡੀਸ਼ਨ ਇੱਕ ਨਾ
ਉਹਦੇ 'ਚ ਬਲੋਅਰ ਹੁੰਦਾ ਆ ਜਿਹੜਾ ਕਿ ਹਵਾ ਨੂੰ ਰੋਟੇਟ ਕਰਦਾ ਆ, ਮਤਲਬ ਕਿ ਰੂਮ ਦੀ ਹਵਾ ਨੂੰ ਖਿੱਚ ਕੇ ਪਰਟੀਕੂਲਰ ਇੱਕ ਕੂਲਿੰਗ ਕੋਇਲ ਦੇ ਵਿੱਚੋਂ ਲੰਘਾ ਕੇ ਉਹ ਠੰਡਾ ਕਰਕੇ ਸਾਨੂੰ ਦਿੰਦਾ ਆ। ਜਦੋਂ ਉਹ ਸਕ ਕਰਦਾ ਆ, ਹਵਾ ਖਿੱਚਦਾ ਆ, ਅਤੇ ਉਹਦੇ ਨਾਲ ਉਹ ਡਸਟ ਵੀ ਖਿੱਚਦਾ ਆ, ਜਿਹੜੇ ਪਾਰਟੀਕਲਸ ਉਹ ਵੀ ਕੈਰੀ ਹੁੰਦੇ ਆ, ਔਰ 에ਅਰ ਫਿਲਟਰ ਉਹ ਸਾਰੇ ਪਾਰਟੀਕਲਸ ਨੂੰ ਰੋਕ ਦਿੰਦਾ ਆ। ਠੀਕ ਹੈ ਨਾ, ਇੱਕ ਤਾਂ ਹਵਾ ਸਾਫ਼ ਆਉਂਦੀ ਹੈ ਔਰ ਇੱਕ ਠੰਡੀ ਆਉਂਦੀ ਹੈ। ਹਾਂਜੀ, ਇੱਕ ਚੀਜ਼ ਜਿਹੜੀ ਮੈਂ ਮਹਿਸੂਸ ਕਰਦਾ ਕਿ ਜਿਹੜਾ ਏਸੀ ਹੈ ਜੀ, ਉਹ ਹੀਟ ਪ੍ਰੋਡਿਊਸ ਕਰਦਾ। ਜਦੋਂ ਅਸੀਂ ਉਹਦੇ ਮਸ਼ੀਨ ਦੇ ਬਾਹਰ ਹੱਥ ਰੱਖੀਏ ਤਾਂ ਸਾਨੂੰ ਹੀਟ ਲੱਗਦੀ ਹੈ ਕਿ ਉਹ ਜਿਹੜੀ এনवायरमेंट ਹੈ ਸਾਡਾ ਗਲੋਬਲ ਕਹਿ ਸਕਦੇ ਹੈਗੇ ਜਾਂ ਸਾਡੇ ਏਰੀਆ ਦਾ, ਉਹਦੇ 'ਤੇ ਉਸ ਦਾ ਅਸਰ ਤਾਂ ਡੈਫੀਨਿਟਲੀ ਹੋਏਗਾ ਹੀ ਕੁਛ ਨਾ ਕੁਛ। ਤੇ ਮੈਂ ਕਲੀਅਰ ਕਰ ਦਿੰਦਾ, ਐਕਚੁਅਲੀ ਜਿਹੜੀ ਹੀਟ ਦੀ ਤੁਸੀਂ ਗੱਲ ਕਰ ਰਹੇ ਆ ਨਾ, ਉਹ ਹੀਟ ਅਸੀਂ ਪ੍ਰੋਡਿਊਸ ਨਹੀਂ ਕਰ ਰਹੇ। ਜਦੋਂ ਅਸੀਂ ਕਿਸੇ ਪਰਟੀਕੂਲਰ ਜਗ੍ਹਾ ਦੇ ਵਿੱਚੋਂ ਹੀਟ ਨੂੰ ਰਿਮੂਵ ਕਰ ਦਿੰਦੇ ਆ ਤੇ ਉੱਥੇ ਕੂਲਿੰਗ ਬਚਦੀ ਹੈ। ਉਸੇ ਤਰੀਕੇ ਨਾਲ ਜਿਹੜਾ 에ਅਰ ਕੰਡੀਸ਼ਨ ਆ ਨਾ, ਉਹ ਰੂਮ ਦੇ ਵਿੱਚੋਂ ਸਿਰਫ ਹੀਟ ਰਿਮੂਵ ਕਰਦਾ ਆ ਔਰ ਉਹ ਬਾਹਰ ਛੱਡ ਦਿੰਦਾ ਆ, ਉਹ ਹੀਟ ਪ੍ਰੋਡਿਊਸ ਨਹੀਂ ਕਰਦਾ। ਬੇਸਿਕਲੀ ਹੀਟ ਉਸ ਰੂਮ 'ਚੋਂ ਕੱਢ ਕੇ ਉਸ ਰੂਮ ਨੂੰ ਠੰਡਾ ਕਰ ਦਿੰਦਾ, ਚਿਲ ਕਰ ਦਿੰਦਾ ਆ। ਹਾਂ, ਮੈਨੂੰ ਯਾਦ ਆਇਆ ਕਿ ਬਹੁਤ ਸਮਾਂ ਪਹਿਲੇ ਜੀ, ਜਦੋਂ ਏਸੀਜ਼ ਵਗੈਰਾ ਆਮ ਤੌਰ 'ਤੇ ਨਹੀਂ ਸੀ ਹੁੰਦੇ ਤਾਂ ਵੱਡੀਆਂ ਵੱਡੀਆਂ ਦੁਕਾਨਾਂ, ਸਟੋਰ ਰੂਮਸ ਹੁੰਦੇ ਸੀ, ਉੱਤੇ ਐਗਜ਼ੌਸਟ ਫੈਨਸ ਲੱਗੇ ਹੁੰਦੇ ਸੀ। ਜੀ ਜੀ, ਉਹ ਸ਼ਾਇਦ ਅੰਦਰਲੀ ਹੀਟ ਨੂੰ ਬਾਹਰ ਕੱਢਣ ਦੇ ਲਈ ਹੀ ਹੁੰਦਾ। ਬਿਲਕੁਲ, ਹੈ ਨਾ। ਜਦੋਂ ਕੋਈ ਵੀ ਰੂਮ ਨੂੰ ਜਾਂ ਕਿਸੇ ਵੀ ਪਰਟੀਕੂਲਰ ਜਗ੍ਹਾ ਨੂੰ ਅਸੀਂ ਠੰਡਾ ਕਰਨਾ ਆ, ਤੇ ਅਸੀਂ ਪਹਿਲਾਂ ਉਹਦੀ ਨੈਚੁਰਲ ਜਿਹੜਾ ਉਹਨੂੰ ਬੋਡੀ ਜਿਹੜਾ ਉਹਦਾ ਟੈਂਪਰੇਚਰ ਹੈਗਾ, ਜਿਹੜਾ ਨਾਰਮਲ ਟੈਂਪਰੇਚਰ 'ਤੇ ਲੈ ਕੇ ਆਉਂਦੇ ਆ। ਐਗਜ਼ੌਸਟ ਇਸ ਕਰਕੇ ਲਾਏ ਜਾਂਦੇ ਆ ਕਿ ਜਿਹੜੀ ਉਸ ਪਰਟੀਕੂਲਰ ਜਗ੍ਹਾ 'ਚ ਹੀਟ ਐਕਸੈਸ ਹੈਗੀ ਹੈ ਉਹਨੂੰ ਬਾਹਰ ਕੱਢੀਏ। ਉਸ ਤੋਂ ਬਾਅਦ ਅਸੀਂ ਏਸੀ ਔਨ ਕਰੀਏ ਤਾਂ ਕਿ ਉਹਨੂੰ ਜਿਹੜੀ ਜਲਦੀ ਤੋਂ ਜਲਦੀ ਜਿਹੜੀ ਬਾਕੀ ਹੀਟ ਵੀ ਕੱਢ ਸਕੇ। ਉਹ ਵੈਸੇ ਇੱਕ ਆਮ ਇੱਥੇ ਕਿਸੇ ਵੀ ਹੈ ਕਿ ਤੁਸੀਂ ਗੰਦੀ ਹਵਾ ਬਾਹਰ ਕੱਢ ਰਹੇ ਹੋ। ਗੰਦੀ ਹਵਾ ਬਾਹਰ, ਗੰਦੀ ਹਵਾ ਨਹੀਂ, ਐਕਚੁਅਲੀ ਉਹ ਹੀਟ ਕੱਢਣ ਲਈ ਸੀਗਾ। ਜਿਹੜੀ ਐਕਸਟਰਾ ਹੀਟ ਜਦੋਂ ਉੱਪਰ ਚਲੇ ਜਾਂਦੀ ਹੈ ਤੇ ਉਹ ਬਾਹਰ ਕੱਢਦੇ ਆ ਤਾਂ ਕਮਰਾ ਨਾਰਮਲ ਟੈਂਪਰੇਚਰ 'ਤੇ ਆ ਜਾਂਦਾ ਹੈ, ਰਹਿ ਜਾਂਦੀ ਹੈ। ਬਿਲਕੁਲ ਸਰ, ਬਿਲਕੁਲ ਸਰ, ਹਾਂ। ਅਤੇ ਵੈਸੇ ਬੋਡੀ ਟੈਂਪਰੇਚਰ ਸਾਡਾ ਜਿਹੜਾ ਹੈਗਾ ਏਸੀ ਜਦੋਂ ਅਸੀਂ ਸੌਣ ਲੱਗਦੇ ਹਾਂ ਰਾਤ ਨੂੰ, ਅਤੇ ਸਾਨੂੰ ਨੋਰਮਲੀ ਜਿਹੜਾ ਇਹਦਾ ਕਿਸ ਪਰਟੀਕੂਲਰ ਪੋਜੀਸ਼ਨ 'ਤੇ ਸਾਨੂੰ ਇਹ ਰੱਖਣਾ ਚਾਹੀਦਾ ਹੈ? ਬਿਲਕੁਲ ਸਹੀ ਜੀ। ਦਿਨ ਵੇਲੇ ਜਿਹੜਾ ਮੈਂ ਤੁਹਾਨੂੰ ਕਿਹਾ ਕਿ 24 ਤੋਂ 25 ਟੈਂਪਰੇਚਰ ਹੋਣਾ ਚਾਹੀਦਾ ਆ, ਬਿਕੋਜ਼ ਦਿਨ ਵੇਲੇ ਅਸੀਂ ਬੋਡੀ ਸਾਡੀ ਮੂਵ ਕਰਦੀ ਆ, ਖੜੇ ਹੋ ਜਾਂਦੇ ਹਾਂ, ਬੈਠ ਜਾਂਦੇ ਹਾਂ, ਤੁਰਦੇ ਹਾਂ, ਕੋਈ ਖਾ ਪੀ ਰਹੇ ਹਾਂ, ਚਾਹ ਪੀ ਰਹੇ ਹਾਂ, ਸਾਡੀ ਬੋਡੀ ਦੇ ਵਿੱਚ ਚੇਂਜਸ ਆਉਂਦੀਆਂ ਨੇ, ਟੈਂਪਰੇਚਰ ਵੀ ਚੇਂਜ ਹੁੰਦਾ ਆ। ਪਰ ਰਾਤ ਦੇ ਟਾਈਮ ਮੈਂ ਸੁਜੈਸਟ ਕਰਾਂਗਾ 27 ਤੋਂ 28 ਟੈਂਪਰੇਚਰ ਰੱਖਣਾ ਚਾਹੀਦਾ ਆ ਏਸੀ ਦਾ, ਕਿਉਂਕਿ ਰਾਤ ਨੂੰ ਅਸੀਂ ਇੱਕ ਮਤਲਬ ਸਟੇਬਲ ਪੋਜੀਸ਼ਨ 'ਤੇ ਹੁੰਦੇ ਹਾਂ। ਠੀਕ ਹੈ ਨਾ, ਸੌਰੇ ਹੁੰਦੇ ਆ, ਉਹਦੇ ਵਿੱਚ ਨਾ ਅਸੀਂ ਕੁਝ ਖਾਂਦੇ ਹਾਂ, ਨਾ ਪੀਂਦੇ ਹਾਂ, ਨਾ ਹੀ ਸਾਡੀ ਕੋਈ ਬੋਡੀ ਮੂਵਮੈਂਟ ਹੁੰਦੀ ਆ, ਨਾ ਅਸੀਂ ਨੱਚਦੇ ਹਾਂ, ਟੱਪਦੇ ਹਾਂ, ਨਾ ਕੁਝ ਵੀ ਕਰਦੇ। ਸੋ ਇਸ ਕਰਕੇ ਸਾਡਾ ਟੈਂਪਰੇਚਰ ਜਿਹੜਾ ਆ ਉਸ ਵੇਲੇ ਨਾਰਮਲ ਹੋ ਜਾਂਦਾ ਆ। ਜਦੋਂ ਅਸੀਂ ਕੋਈ ਵੀ ਦੌੜਾਂਗੇ ਜਾਂ ਨੱਚਾਂਗੇ, ਟੱਪਾਂਗੇ ਤਾਂ ਸਾਡੀ ਬੋਡੀ ਦਾ ਟੈਂਪਰੇਚਰ ਵਧੇਗਾ। ਰਾਤ ਨੂੰ ਉਹ ਸਟਿਲ ਰਹਿੰਦਾ ਹੈ, ਇਸ ਕਰਕੇ 27 ਤੋਂ 28 ਡਿਗਰੀ ਦੇ ਵਿੱਚ ਤੁਸੀਂ ਕੰਫਰਟੇਬਲ ਮਹਿਸੂਸ ਕਰੋਗੇ ਜੀ। ਤੁਸੀਂ ਜ਼ਿਕਰ ਕੀਤਾ ਸੀਗਾ ਕਿ ਜਿਸ ਟਾਈਮ 'ਤੇ ਤੁਸੀਂ ਰੂਮ 'ਚ ਐਂਟਰ ਕਰਦੇ ਹੋ ਜੀ, ਅਤੇ ਥੋੜ੍ਹੀ ਦੇਰ ਲਈ ਅਸੀਂ ਨੋਰਮਲਾਈਜ਼ ਹੋਣ ਦੇ ਲਈ ਸਾਨੂੰ ਇਮੀਡੀਏਟਲੀ ਏਸੀ ਨਹੀਂ ਚਲਾਉਣਾ ਚਾਹੀਦਾ। ਠੀਕ ਹੈ ਜੀ, ਹਾਂਜੀ। ਅਤੇ ਮੇਰਾ ਖਿਆਲ ਹੈ ਕਿ ਜਿਸ ਵੇਲੇ ਅਸੀਂ ਰੂਮ 'ਚੋਂ ਬਾਹਰ ਜਾਣਾ ਹੈ ਜੀ, ਤਾਂ ਉਸ ਵੇਲੇ ਵੀ ਕੁਛ ਇੱਦਾਂ ਦੀ ਰਿਵਰਸਲ ਆਰਡਰ 'ਚ ਹੋਣਾ ਚਾਹੀਦਾ ਹੈ। ਬਿਲਕੁਲ ਜੀ। ਐਕਚੁਅਲੀ ਕੀ ਹੁੰਦਾ, ਜਦੋਂ ਅਸੀਂ ਅੰਦਰ 24 ਟੈਂਪਰੇਚਰ ਵਿੱਚ ਬੈਠੇ ਹੋਏ ਹਾਂ, ਅਸੀਂ ਕੰਫਰਟ ਜ਼ੋਨ 'ਚ ਹੈਗੇ ਹਾਂ, ਔਰ ਨੈਚੁਰਲੀ ਹੈ ਕਿ 에ਅਰ ਕੰਡੀਸ਼ਨ ਤੋਂ ਜਦੋਂ ਬਾਹਰ ਨਿਕਲਾਂਗੇ ਲਗਭਗ 20 ਡਿਗਰੀ ਦੇ ਲਾਗੇ ਛਾਗੇ ਦਾ ਫਰਕ ਹੁੰਦਾ ਆ ਅੰਦਰ ਤੇ ਬਾਹਰ ਦੇ ਵਿੱਚ। ਸਾਡੀ ਬਾਡੀ ਨੂੰ ਥੋੜ੍ਹਾ ਜਿਹਾ ਟਾਈਮ ਚਾਹੀਦਾ ਆ, 5 ਤੋਂ 10 ਮਿੰਟ, ਤਾਂ ਕਿ ਸਾਡੀ ਜਿਹੜੀ ਅੰਦਰੋਂ ਠੰਡਕ ਲੈ ਕੇ ਨਿਕਲਣੇ ਬਾਹਰ ਨਾਰਮਲ ਹੋ ਜਾਏ, ਫਿਰ ਅਸੀਂ ਹੀਟ 'ਚ ਜਾ ਸਕਦੇ ਹਾਂ। ਜੇ ਇੱਕਦਮ ਅਸੀਂ ਮੂਵ ਕਰਾਂਗੇ ਤੇ ਸਾਨੂੰ ਉਹ ਸਾਡੀ ਬਾਡੀ ਨੂੰ ਪ੍ਰੋਬਲਮ ਹੋ ਸਕਦੀ ਹੈ, ਅਸੀਂ ਬਿਮਾਰ ਵੀ ਹੋ ਸਕਦੇ ਹਾਂ। ਮੈਂ ਇੱਕ ਛੋਟੀ ਜਿਹੀ ਲਾਈਟ ਬੋਰਡ ਦੀ ਗੱਲ ਕਰਦਾ ਜੀ ਸਰ। ਵੱਡੇ ਸਿੰਘ ਉਹਨਾਂ ਦੇ ਨਾਲ ਕਿਤੇ ਟਰੈਵਲ ਕਰਨ ਲੱਗੇ ਸੀਗੇ ਅਤੇ ਇਹਨਾਂ ਨੇ ਸਭ ਤੋਂ ਪਹਿਲਾਂ ਕਹਿੰਦੇ ਵੀ ਚੁੱਪ, ਸ਼ੀਸ਼ੇ ਖੋਲ੍ਹੋ। ਜਦੋਂ 2 ਮਿੰਟ ਚੁੱਪੀ ਹੈ ਅਤੇ ਸ਼ੀਸ਼ੇ ਖੋਲ੍ਹੇ ਕਿਉਂਕਿ ਕਹਿੰਦੇ ਵੀ ਫਿੱਦਾ ਨਹੀਂ ਸੈਡ ਕਿ ਅਸੀਂ ਨੂੰ ਜਿਹੜਾ ਨਾਰਮਲ ਐਵਰੇਜ ਹੀਟ 'ਤੇ ਜਿਹੜਾ ਸਾਡੇ ਬਾਡੀ ਦੇ ਨਾਲ ਮੈਚ ਕਰਦਾ ਹੈ ਜੀ। ਜਿਸ ਵੇਲੇ ਅਸੀਂ ਸ਼ੀਸ਼ੇ ਖੋਲ੍ਹਦੇ ਹਾਂ ਅਤੇ ਜਿਹੜੀ ਅੰਦਰਲੀ ਹੀਟ ਹੈ ਉਹ ਬਾਹਰ ਨਿਕਲ ਜਾਂਦੀ ਹੈ, ਐਕਸਚੇਂਜ ਹੋ ਜਾਂਦੀ। ਸੋ ਦ ਸੇਮ ਥਿੰਗ ਇਜ਼ ਵਿਦ ਪਿਓਸਾ ਕਰਕੇ ਬਾਹਰ ਰੱਖਦਾ ਲਾਈਟ। ਅਸੀਂ ਇੱਕ ਛੋਟਾ ਜਿਹਾ ਐਕਸਪੈਰੀਮੈਂਟ ਕੀਤਾ ਸੀਗਾ, ਮੈਂ ਸ਼ੇਅਰ ਕਰਨਾ ਚਾਹਾਂਗਾ ਆਪਣੇ ਦਰਸ਼ਕਾਂ ਨਾਲ, ਕਿ ਅਸੀਂ ਗਰਮੀ ਦੇ ਵਿੱਚ ਜੂਨ ਦੇ ਮਹੀਨੇ ਵਿੱਚ 2 ਕਾਰਾਂ ਸੜਕ 'ਤੇ ਖੜੀਆਂ ਸੀਗੀਆਂ ਜੀ, ਸ਼ੀਸ਼ੇ ਬੰਦ ਸੀਗੇ, ਔਰ ਇੱਕ ਕਾਰ ਦੇ ਵਿੱਚ ਅਸੀਂ ਬੈਠ ਕੇ ਡਾਇਰੈਕਟਲੀ ਏਸੀ ਔਨ ਕਰ ਦਿੱਤਾ, ਔਰ ਇੱਕ ਕਾਰ ਦੇ ਵਿੱਚ ਬੈਠ ਕੇ ਪਹਿਲਾਂ ਅਸੀਂ ਸ਼ੀਸ਼ੇ ਡਾਊਨ ਕੀਤੇ, ਅਸੀਂ 3 ਤੋਂ 4 ਮਿੰਟ ਉਹ ਜਿਹੜੀ ਅੰਦਰਲੀ ਹੀਟ ਸੀ ਉਹਨੂੰ ਬਾਹਰ ਨਿਕਲਣ ਦਾ ਮੌਕਾ ਦਿੱਤਾ, ਫਿਰ ਸ਼ੀਸ਼ੇ ਬੰਦ ਕਰਕੇ ਏਸੀ ਚਲਾਇਆ, ਅਤੇ ਜਿਹੜਾ ਸ਼ੀਸ਼ੇ ਬੰਦ ਸੀਗੇ ਉਹ ਠੰਡਾ ਨਹੀਂ ਸੀ ਹੋਇਆ,
ਤੇ ਜਿੰਨੇ ਸ਼ੀਸ਼ੇ ਖੋਲ੍ਹੇ ਸੀਗੇ ਤੇ ਉਹ 5 ਮਿੰਟਾਂ ਦੇ ਵਿੱਚ ਅਸੀਂ ਠੰਡਾ ਕਰਨਾ ਪਿਆ ਸੀਗਾ। ਸੋ ਜ਼ਰੂਰੀ ਹੁੰਦਾ ਹੈ ਕਿ ਪਹਿਲਾਂ ਆਪਣੇ ਉਸ ਜਗ੍ਹਾ ਤੋਂ ਪਰਟੀਕੂਲਰ ਜਗ੍ਹਾ ਤੋਂ ਆਪਾਂ ਹੀਟ ਰਿਮੂਵ ਕਰੀਏ, ਫਿਰ 에ਅਰ ਕੰਡੀਸ਼ਨ ਔਨ ਕਰੀਏ, ਫਿਰ ਰਿਜ਼ਲਟ ਵੀ ਅੱਛੇ ਆਣਗੇ ਤੇ ਸਾਡਾ ਬਿਜਲੀ ਦਾ ਬਿੱਲ ਵੀ ਘੱਟ ਆਏਗਾ ਜੀ। ये मेरी आदत का हिस्सा बन गया है। बिल्कुल सर। गड्डी पे इग्निशन ऑन करते पहले शीशे Yes, बिल्कुल। तब बंटी सिंह ਨੂੰ याद करिए। ਨਹੀਂ, ਮੈਂ ਕੋਸ਼ਿਸ਼ ਕਰਾਂਗਾ ਕਿ ਸਾਰੇ ਦਰਸ਼ਕਾਂ ਨੂੰ ਕਿ ਇਹ ਚੀਜ਼ ਤੁਸੀਂ ਐਕਸਪੈਰੀਮੈਂਟ ਕਰਕੇ ਦੇਖੋ ਔਰ ਡੈਫੀਨੇਟਲੀ ਤੁਹਾਨੂੰ ਇਹਦਾ ਜ਼ਰੂਰ ਬੈਨੀਫਿਟ ਮਿਲੇਗਾ। ਔਰ ਸੈਕੰਡ ਥਿੰਗ ਇੱਕ ਹੋਰ ਚੀਜ਼ ਹੈਗੀ ਆ ਕਿ 에ਅਰ ਕੰਡੀਸ਼ਨ ਦੇ ਵਿੱਚ ਨਾ ਇੱਕ ਥਰਮੋਸਟੇਟ ਲੱਗਾ ਹੁੰਦਾ ਆ ਜੋ ਕਿ ਟੈਂਪਰੇਚਰ ਨੂੰ ਕੰਟਰੋਲ ਕਰਦਾ ਆ, ਦੱਸਦਾ ਆ ਔਰ ਫਿਰ 에ਅਰ ਕੰਡੀਸ਼ਨ ਨੂੰ ਔਨ ਆਫ ਕਰ ਦਿੰਦਾ ਆ। ਰੈਫਰੀਜਰੇਟਰ 'ਚ ਹੁੰਦਾ ਆ ਮੋਸਟਲੀ ਉਹ ਟੈਂਪਰੇਚਰ ਮੀਟਰ ਜਾਂ ਤਾਂ ਖਰਾਬ ਹੋਏਗਾ ਜਾਂ ਸਹੀ ਵਰਕ ਨਹੀਂ ਕਰਦਾ ਜਾਂ ਕੁਛ ਹੈਗਾ, ਤੇ ਜਦੋਂ ਤੁਸੀਂ ਸਰਵਿਸਿੰਗ ਕਰਦੇ ਆ ਤਾਂ ਉਹਨੂੰ ਜ਼ਰੂਰ ਚੈੱਕ ਕਰੋ, ਕਿਉਂਕਿ ਜੇ ਉਹ ਪਰਟੀਕੂਲਰ ਟੈਂਪਰੇਚਰ ਜਾ ਕੇ ਏਸੀ ਕੱਟ ਨਹੀਂ ਕਰੇਗਾ ਤੇ ਅਸੀਂ ਤਾਂ ਟੈਂਪਰੇਚਰ ਦੇਖ ਰਹੇ ਹਾਂ ਵੀ ਚੱਲ ਰਿਹਾ ਆ ਪਰ ਏਸੀ ਸਟਿਲ ਵਰਕਿੰਗ ਕਰੀ ਜਾ ਰਿਹਾ। ਜਿੱਦਾਂ 에ਅਰ ਫਿਲਟਰ ਸਾਫ਼ ਕਰਨਾ ਜ਼ਰੂਰੀ ਹੈ ਉਸੇ ਤਰੀਕੇ ਨਾਲ ਟੈਂਪਰੇਚਰ ਮੀਟਰ ਨੂੰ ਚੈੱਕ ਕਰਨਾ ਵੀ ਬਹੁਤ ਜ਼ਰੂਰੀ ਹੈ। ਔਰ ਜਦੋਂ ਅਸੀਂ ਟੈਂਪਰੇਚਰ ਮੀਟਰ ਚੈੱਕ ਕਰਾਂਗੇ ਉਹ ਠੀਕ ਕੰਮ ਕਰੇਗਾ ਤਾਂ ਨੈਚੁਰਲੀ ਗੱਲ ਉਹ ਕੱਟ ਵੀ ਕਰੇਗਾ ਕੰਪਰੈਸਰ ਤੇ ਸਹੀ ਕੂਲਿੰਗ ਕਰੇਗਾ ਤਾਂ ਪਾਵਰ ਕੰਜ਼ੰਪਸ਼ਨ ਆਪ ਹੀ ਘਟੇਗੀ, ਬਿਜਲੀ ਦਾ ਬਿੱਲ ਘੱਟ ਆਏਗਾ ਜੀ। ਹੁਣ ਮੇਰੇ ਕੋਲ ਤਾਂ ਕੁਐਸਚਨ ਹੋ ਗਏ ਖਤਮ। ਓਕੇ ਸਰ। ਹੁਣ ਕੋਈ ਹੋਰ ਇਨਫੋਰਮੇਸ਼ਨ ਗੈਸਟ ਨੂੰ ਦੇਣੀ ਚਾਹੀਏ? ਜ਼ਰੂਰ। ਦੇਖੋ ਚੀਜ਼ਾਂ ਇਹ ਹੁੰਦੀਆਂ ਜੀ, 에ਅਰ ਕੰਡੀਸ਼ਨ ਤਾਂ ਕੰਮ ਕਰਦੇ ਹੀ ਨੇ ਬਟ ਅਸੀਂ ਇਹ ਕਰ ਸਕਦੇ ਹਾਂ ਕਿ ਅਸੀਂ ਆਪਣੇ ਰੂਮ ਨੂੰ ਕਿੰਨਾ ਕੁ ਠੰਡਾ ਰੱਖ ਸਕਦੇ ਹਾਂ। ਸਮ ਟਾਈਮ ਕੀ ਹੁੰਦਾ ਹੈ ਕਿ ਬਹੁਤ ਸਾਰੇ ਇਨਸੂਲੇਸ਼ਨਸ ਆਉਂਦੀਆਂ ਹੈਗੀਆਂ ਆ ਜਿਹੜੀਆਂ ਕਿ ਸਨ ਰੇਡੀਏਸ਼ਨ ਤੋਂ ਹੀਟ ਤੋਂ ਬਚਾਉਂਦੇ ਆ। ਰੂਪ ਦੇ ਵਿੱਚ ਛੱਤ ਦੇ ਉੱਪਰ ਕਈ ਚੀਜ਼ਾਂ ਦੇ ਕੋਈ ਪੇਂਟ ਹੁੰਦਾ ਆ, ਕੋਈ ਮਤਲਬ ਥਰਮੋਕੋਲ ਵਗੈਰਾ ਚੀਜ਼ਾਂ ਆਉਂਦੀਆਂ। ਜਦੋਂ ਅਸੀਂ ਕੰਸਟਰਕਸ਼ਨ ਕਰਦੇ ਹਾਂ ਕੰਸਟਰਕਸ਼ਨ ਦੇ ਵਿੱਚ ਹੀ ਅਸੀਂ ਇਸ ਤਰ੍ਹਾਂ ਦੀ ਪ੍ਰੋਵੀਜ਼ਨ ਰੱਖ ਲਈਏ ਕਿ ਰੂਮ ਘੱਟ ਤੋਂ ਘੱਟ ਗਰਮ ਹੋਵੇ, ਜਾਂ ਇਸ ਤਰ੍ਹਾਂ ਸੂਰਜ ਦੀ ਇਸ ਤਰ੍ਹਾਂ ਦੀ ਮਤਲਬ ਸਾਊਥ ਫੇਸਿੰਗ ਜਾਂ ਈਸਟ ਫੇਸਿੰਗ ਚੀਜ਼ਾਂ ਦੇਖ ਕੇ ਘੱਟ ਤੋਂ ਘੱਟ ਸ਼ੀਸ਼ੇ ਲੱਗੇ ਹੋਣ ਉਹਦੇ ਵਿੱਚ ਕਿ ਹੀਟ ਜਿਹੜੀ ਘੱਟ ਅੰਦਰ ਆਵੇ। ਔਰ ਦੂਸਰੀ ਗੱਲ ਇਹ ਹੈਗੀ ਹੈ ਕਿ ਵੱਧ ਤੋਂ ਵੱਧ ਅਸੀਂ ਆਲੇ ਦੁਆਲੇ ਟਰੀ ਲਗਾਈਏ। ਉਹਦੇ ਦੋ ਬੈਨੀਫਿਟ ਹੋਣਗੇ, ਇੱਕ ਤਾਂ ਉਹਦੀ ਠੰਡੀ ਛਾਂ ਸਾਨੂੰ ਮਿਲੇਗੀ ਔਰ ਦੂਸਰੀ ਆਕਸੀਜਨ ਜਿਹੜੀ ਸਾਨੂੰ ਮਿਲੇਗੀ। ਠੀਕ ਹੈ ਨਾ, ਜਿੰਨਾ ਹੀਟ ਘੱਟ ਹੋਏਗੀ ਰੂਮ ਦੇ ਵਿੱਚ, ਜਿੰਨਾ ਕਮਰਾ ਠੰਡਾ ਹੋਏਗਾ ਉਨਾ ਹੀ ਜ਼ਿਆਦਾ ਏਸੀ ਕੂਲਿੰਗ ਕਰੇਗਾ। ਔਰ ਇੱਕ ਟਾਈਮ ਤੇ ਤੁਹਾਨੂੰ ਇਸ ਤਰ੍ਹਾਂ ਵੀ ਮਹਿਸੂਸ ਹੋਏਗਾ, ਇਹ ਐਕਸਪੈਰੀਮੈਂਟ ਕਰਦੇ ਹੁੰਦੇ ਆ ਕਿ ਇੱਕ 3rd ਫਲੋਰ ਤੇ ਰੂਮ ਲੱਗਾ ਹੈ, ਉੱਥੇ 1.5 ਟਨ ਦਾ ਏਸੀ ਕੰਮ ਕਰ ਰਿਹਾ ਆ, ਔਰ ਇੱਕ ਗਰਾਊਂਡ ਫਲੋਰ 'ਚ ਰੂਮ ਹੈਗਾ ਆ, ਉੱਥੇ ਧੁੱਪ ਨਹੀਂ ਪੈ ਰਹੀ, ਠੰਡਾ ਹੈਗਾ, ਉੱਥੇ ਸਿਰਫ ਐਗਜ਼ੌਸਟ ਫੈਨ ਹੀਟ ਨੂੰ ਰਿਮੂਵ ਕਰਕੇ ਔਰ ਦੋਨਾਂ ਦੀ ਕੂਲਿੰਗ ਸੇਮ ਹੈਗੀ ਹੈ। ਕਿਉਂਕਿ ਉਹ ਜਿਹੜਾ ਉੱਪਰ 3rd ਫਲੋਰ ਤੇ ਏਸੀ ਹੈ, ਰੂਮ ਹੈਗਾ ਆ, ਉਹ ਤਾਂ ਓਵਨ 'ਚ ਹੈਗਾ ਆ, ਚਾਰੇ ਤਰਫ ਧੁੱਪ ਪੈ ਰਹੀ ਹੈ, ਔਰ ਥੱਲੇ ਜਿੱਥੇ ਹੀਟ ਨਹੀਂ ਜਾ ਰਹੀ ਉੱਥੇ ਸਾਨੂੰ ਏਸੀ ਦੀ ਜ਼ਰੂਰਤ ਹੀ ਨਹੀਂ। ਸੋ ਮੈਂ ਰਿਕਮੈਂਡ ਕਰਾਂਗਾ ਕਿ ਤੁਸੀਂ ਆਪਣੀ ਕੰਸਟਰਕਸ਼ਨ ਨੂੰ ਇਸ ਤਰੀਕੇ ਨਾਲ ਰੂਮ ਨੂੰ ਬਣਾਓ ਕਿ ਘੱਟ ਤੋਂ ਘੱਟ ਹੀਟ ਜਿਹੜੀ ਆ ਉਹਨੂੰ ਪਹੁੰਚ ਪਾਵੇ। ਔਰ ਜੇ ਪਹੁੰਚਦੀ ਵੀ ਹੈਗਾ ਸਮ ਟਾਈਮ ਕੋਈ ਪ੍ਰੋਬਲਮ ਹੁੰਦੀ ਵੀ ਨਹੀਂ ਰਿਮੂਵ ਕਰ ਸਕਦੇ ਅਸੀਂ, ਤੇ ਅਸੀਂ ਉਹਨੂੰ ਸਾਈਜ਼ ਨੂੰ ਛੋਟਾ ਕਰ ਦਈਏ ਕਮਰੇ ਨੂੰ, ਔਰ ਇੱਕ ਐਗਜ਼ੌਸਟ ਲਗਾ ਦਈਏ ਰੂਮ ਦੇ ਵਿੱਚ। ਜਦੋਂ ਐਗਜ਼ੌਸਟ ਲਗਾਵਾਂਗੇ ਇੱਕ ਤਾਂ ਤੁਹਾਨੂੰ ਫਰੈਸ਼ ਏਅਰ ਜਿਹੜੀ ਹੈ ਰੂਮ ਦੇ ਵਿੱਚ ਮਿਲਦੀ ਰਹੇਗੀ, ਜਿਹੜੀ ਕਾਰਬਨ ਡਾਈਆਕਸਾਈਡ ਹੀ ਨਿਕਲਦੀ ਰਹੇਗੀ ਬਾਹਰ, ਔਰ ਦੂਸਰਾ ਜਿਹੜੀ ਹੀਟ ਉਹ ਵੀ ਨਿਕਲਦੀ ਰਹੇਗੀ। ਉਹਦੇ ਨਾਲ ਤੁਹਾਡੇ 에ਅਰ ਕੰਡੀਸ਼ਨ ਦੇ ਵਿੱਚ ਕਾਫੀ ਜ਼ਿਆਦਾ ਵਧੀਆ ਕੂਲਿੰਗ ਕਰੇਗਾ ਔਰ એનર્ਜੀ ਐਫੀਸ਼ੀਐਂਸੀ ਕਾਫੀ ਵਧੀਆ ਰਹੇਗੀ ਤੁਹਾਡੀ। ਤੁਸੀਂ ਬਿਜ਼ਨਸਮੈਨ ਹੋ ਜੀ ਸਰ। ਹਰ ਬਿਜ਼ਨਸ ਜਿਹੜਾ ਹੈਗਾ ਉਹ ਗਰੁੱਪ ਵੀ ਬਣਦਾ ਹੈ ਜੀ ਜੀ, ਜਿਹਦੇ ਵਿੱਚ ਐਸੋਸੀਏਸ਼ਨ ਬਣਾਉਂਦੇ ਆ ਅਸੀਂ। ਜੀ ਸਰ। ਤੁਸੀਂ ਕਿਸੇ ਐਸੋਸੀਏਸ਼ਨ ਨਾਲ ਵਾਸਤਾ ਰੱਖਿਆ? ਬਿਲਕੁਲ ਜੀ, 3 ਐਸੋਸੀਏਸ਼ਨਸ ਹੈਗੀਆਂ ਆ ਜਿਹਦੇ ਨਾਲ ਮੈਂ ਕੰਮ ਕਰਦਾ ਆ ਔਰ ਪਿਛਲੇ 30 ਸਾਲ ਤੋਂ ਮੈਂ ਜੁੜਿਆ ਹੋਇਆ ਆ। ਸਭ ਤੋਂ ਪਹਿਲਾਂ ਤਾਂ ਜ਼ਰੀਆ ਹੈਗੀ ਆ, ਮੈਂ ਟੀ-ਸ਼ਰਟ ਵੀ ਪਾਈ ਹੈ, ਇਹ ਜਲੰਧਰ ਰੈਫਰੀਜਰੇਸ਼ਨ 에ਅਰ ਕੰਡੀਸ਼ਨ ਇੰਜੀਨੀਅਰ ਐਸੋਸੀਏਸ਼ਨ ਹੈਗੀ ਆ ਜਲੰਧਰ ਸ਼ਹਿਰ ਦੇ ਵਿੱਚ, ਔਰ ਇੱਕ ਈਸ਼ਰੇ ਹੈਗੀ ਆ, ਔਰ ਇੱਕ ਰਾਸ ਹੈਗੀ ਆ ਜਿੰਦਾ ਮੈਂ ਪ੍ਰੈਜ਼ੀਡੈਂਟ ਹੈਗਾ ਆ, ਰੈਫਰੀਜਰੇਸ਼ਨ 에ਅਰ ਕੰਡੀਸ਼ਨ ਸਰਵਿਸ ਸੈਕਟਰ ਸੁਸਾਇਟੀ, ਉਹਦਾ ਮੈਂ ਜਲੰਧਰ ਚੈਪਟਰ ਦਾ ਪ੍ਰੈਜ਼ੀਡੈਂਟ ਹੈਗਾ ਆ। ਔਰ ਬਹੁਤ ਸਾਰੀ ਟ੍ਰੇਨਿੰਗ ਪ੍ਰੋਗਰਾਮਸ ਔਰ ਬਹੁਤ ਸਾਰੀ ਹੈਲਪ ਜਿਹੜੀ ਹੈਗੀ ਆ ਸਾਨੂੰ ਗਵਰਨਮੈਂਟ ਆਫ ਇੰਡੀਆ ਵੱਲੋਂ ਐਂਡ ਬਹੁਤ ਸਾਰੇ ਵੱਡੇ ਅਦਾਰਿਆਂ ਤੋਂ ਮਿਲਦੀ ਰਹਿੰਦੀ ਹੈ ਵਿਦ ਦਾ ਐਸੋਸੀਏਸ਼ਨ। ਸੋ ਤੁਸੀਂ ਕੁਝ ਐਸੀਆਂ ਕਲਾਸਿਸ ਲਗਾਉਂਦੇ ਹੋ, ਗਾਈਡੈਂਸ ਕਲਾਸਿਸ ਲਗਾਉਂਦੇ ਹੋ, ਜਾਂ ਤੁਸੀਂ ਸਿਰਫ ਆਪਣੇ ਸਰਵਿਸ ਸੈਂਟਰਸ ਵਾਲੇ ਜਿਹੜੇ ਵਰਕਰਸ ਹੈਗੇ ਨੇ ਜਾਂ ਓਨਰਸ ਹੈਗੇ ਨੇ ਉਹਨਾਂ ਨੂੰ ਸਮਝਾਉਂਦੇ ਹੋ ਕਿਸ ਤਰ੍ਹਾਂ ਕੀਤਾ ਜਾਏ? ਐਕਚੁਅਲੀ ਕੀ ਹੈ ਸਰ, ਪਹਿਲਾਂ ਜਿਹੜੀ 에ਅਰ ਕੰਡੀਸ਼ਨ ਲਾਈਨ ਸੀਗੀ ਥੋੜ੍ਹੀ ਕਹਿ ਲਓ ਵੀ ਉਹਦੇ ਵਿੱਚ ਘੱਟ ਮੁਸ਼ੱਕਤ ਜਾਂ ਮਿਹਨਤ ਸੀਗੀ। ਰੈਫਰੀਜਰੈਂਟ ਜਿਹੜੀਆਂ ਗੈਸਾਂ ਹੁੰਦੀਆਂ ਆ ਉਹ ਘੱਟ ਹੁੰਦੀਆਂ ਸੀਗੀਆਂ। ਅੱਜ ਤੋਂ ਮੈਂ ਜੇ 20-25 ਸਾਲ ਪੁਰਾਣੀ ਗੱਲ ਕਰਾਂ, ਉਹਦੇ 'ਚ 12 ਨੰਬਰ 22 ਨੰਬਰ ਗੈਸ ਨਾਰਮਲੀ ਫ੍ਰਿਜ ਏਸੀ 'ਚ ਪੈਂਦੀ ਸੀਗੀ, ਜਿਹੜੀ ਕਿ ਡਾਇਰੈਕਟਲੀ ਓਜ਼ੋਨ ਨੂੰ ਇਫੈਕਟ ਕਰਦੀ ਸੀਗੀ, ਜਿਹਦੇ ਕਰਕੇ ਗਵਰਨਮੈਂਟ ਨੇ ਉਹਨੂੰ ਬੈਨ ਲਾਤਾ, ਪੂਰੇ ਵਰਲਡ ਦੇ ਵਿੱਚ ਉਹਨੂੰ ਬੰਦ ਕਰ ਦਿੱਤਾ ਗਿਆ। ਔਰ ਹੁਣ ਜਿਹੜੀਆਂ ਗੈਸਿਸ ਨਵੀਆਂ ਆ ਰਹੀਆਂ ਆ ਜਿੱਦਾਂ ਕਿ R410 ਹੈਗੀ ਆ, R32 ਨੰਬਰ ਹੈਗੀ ਆ, ਇਹ ਜਿਹੜੀਆਂ ਹਾਈਲੀ ਫਲੇਮੇਬਲ ਔਰ ਹਾਈ ਪ੍ਰੈਸ਼ਰ ਗੈਸਿਸ ਹੈਗੀਆਂ ਆ, ਜਿਹਦੇ ਕਰਕੇ
ਬਹੁਤ ਸਾਰੇ ਐਕਸੀਡੈਂਟਸ ਹੋਏ ਨੇ ਪਿੱਛੇ ਜਿਹੇ, ਸਾਨੂੰ ਕਾਫੀ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਕਿਉਂਕਿ ਜਿਹੜੇ ਟੈਕਨੀਸ਼ੀਅਨਸ ਹੈਗੇ ਆ ਉਹਨਾਂ ਨੂੰ ਨਾ ਨੌਲੇਜ ਘੱਟ ਹੁੰਦੀ ਹੈ ਕਿਉਂਕਿ ਮਾਰਕੀਟ 'ਚ ਕੰਮ ਕਰਦੇ ਆ ਜਾਂ ਫਿਰ ਅਸੀਂ ਉਹਨਾਂ ਨੂੰ ਟ੍ਰੇਨਿੰਗਸ ਦਿੰਦੇ ਆ ਔਰ ਟ੍ਰੇਨਿੰਗ ਦੇ ਵਿੱਚ ਪ੍ਰੋਪਰ ਕਿਸ ਤਰ੍ਹਾਂ ਏਸੀ ਨੂੰ ਇੰਸਟਾਲ ਕਰਨਾ ਆ, ਕਿਸ ਤਰ੍ਹਾਂ ਰੈਫਰੀਜਰੇਸ਼ਨ ਨੂੰ ਚਾਰਜ ਕਰਨਾ ਆ। ਔਰ ਇਸ ਤਰ੍ਹਾਂ ਨਹੀਂ ਹੁੰਦਾ ਕਿ ਕੋਈ ਵੀ ਐਕਸੀਡੈਂਟ ਬਿਨਾਂ ਕਿਸੇ ਰੀਜ਼ਨ ਹੋ ਜਾਵੇ। ਸਮਟਾਈਮ ਜਦੋਂ ਅਸੀਂ ਨਹੀਂ, ਸਾਨੂੰ ਅਵੇਅਰਨੈਸ ਹੁੰਦੀ ਇਸ ਚੀਜ਼ ਦੀ, ਅਸੀਂ ਕਾਹਲੀ ਕਰਦੇ ਹਾਂ ਜਾਂ ਲੈਸ ਨੌਲੇਜ ਕਰਕੇ ਉਹ ਚੀਜ਼ਾਂ ਹੈਪਨ ਹੁੰਦੀਆਂ ਆ। ਅਤੇ ਮੈਂ ਹਮੇਸ਼ਾ ਤਿਆਰ ਹੈਗਾ ਆ ਜਿੰਨੀ ਵੀ ਨੌਲੇਜ ਜਾਂ ਜਿਸ ਤਰ੍ਹਾਂ ਦੀ ਵੀ ਹੈਲਪ ਮੈਂ ਆਪਣੀ ਸੰਸਥਾ ਦੇ ਥਰੂ ਕਰ ਸਕਾਂ, ਚਾਹੇ ਉਹ ਕਸਟਮਰ ਹੈ, ਚਾਹੇ ਉਹ ਟੈਕਨੀਸ਼ੀਅਨ ਹੈ, ਇੰਜੀਨੀਅਰ ਆ, ਅਤੇ ਅਸੀਂ ਆਲਵੇਜ਼ ਰੈਡੀ ਰਹਿੰਦੇ ਹਾਂ ਇੱਦਾਂ ਟ੍ਰੇਨਿੰਗ ਪ੍ਰੋਗਰਾਮ ਵਾਸਤੇ। 1905 ਦੇ ਵਿੱਚ, ਮੇਰੇ ਖਿਆਲ 1905 ਕਿ 1902 ਦੇ ਵਿੱਚ ਪਹਿਲਾ 에ਅਰ ਕੰਡੀਸ਼ਨ ਜਿਹੜਾ ਸੀਗਾ ਉਹ ਅਮਰੀਕਾ ਦੇ ਵਿੱਚ ਬਣਿਆ ਸੀਗਾ, ਕੈਰੀਅਰ ਕੰਪਨੀ ਨੇ ਬਣਾਇਆ ਸੀਗਾ। ਠੀਕ ਹੈ, ਇਸ ਤੋਂ ਪਹਿਲਾਂ 1900 ਤੋਂ ਪਹਿਲਾਂ ਜਿੱਦਾਂ 1800 1850 ਦੇ ਲਾਗੇ ਛਾਗੇ 1850 ਦੇ ਲਾਗੇ ਛਾਗੇ ਲਾਇਆ ਜਾਏ, ਅਤੇ ਉਸ ਵੇਲੇ ਜਦੋਂ 에ਅਰ ਕੰਡੀਸ਼ਨ ਦਾ ਨਹੀਂ ਬਣੇ ਸੀਗੇ, ਹਾਂ, ਅਤੇ ਉਸ ਵੇਲੇ ਕੀ ਸੀਗਾ ਕਿ ਵੱਡੇ ਵੱਡੇ ਰਾਜੇ ਮਹਾਰਾਜਾ ਪਹਾੜਾਂ ਤੋਂ ਜਿੱਦਾਂ ਬਰਫ਼ ਲੈ ਕੇ ਕੈਰੀ ਕਰਕੇ ਅਤੇ ਆਪਣੇ ਉਸ ਇੱਕ ਪਰਟੀਕੂਲਰ ਜਗ੍ਹਾ ਬਣੀ ਹੁੰਦੀ ਸੀ ਉੱਥੇ ਰੱਖ ਦਿੰਦੇ ਸੀਗੇ ਔਰ ਉਹਦੇ ਵਿੱਚ ਝਰੋਖੇ ਬਣੇ ਹੁੰਦੇ ਸੀਗੇ, ਮੋਹਰੀਆਂ ਹੁੰਦੀਆਂ ਸੀਗੀਆਂ ਜਿੱਥੋਂ ਦੀ ਹਵਾ ਦੇ ਫਲੋ ਦੇ ਨਾਲ ਕੂਲਿੰਗ ਟ੍ਰਾਂਸਫਰ ਹੁੰਦੀ ਸੀਗੀ। ਠੀਕ ਹੈ, ਜਦੋਂ ਏਸੀ ਬਣ ਗਿਆ ਫਿਰ ਪਹਿਲਾ ਏਸੀ ਜਿਹੜਾ ਬਣਿਆ ਸੀਗਾ ਉਹ ਇੱਕ ਐਕਸਪੈਰੀਮੈਂਟ ਕੀਤਾ ਸੀਗਾ ਕਿ 2 ਕਮਰਿਆਂ ਜਿੱਡਾ ਉਹ ਏਸੀ ਸੀਗਾ। ਉਹ ਏਸੀ ਕਿਸੇ ਨੂੰ ਕੂਲਿੰਗ ਦੇਣ ਲਈ ਨਹੀਂ, ਸਿਰਫ ਕੰਮ ਕਰਨ ਲਈ ਬਣਾਇਆ ਸੀ ਵੀ ਕਿਸ ਤਰ੍ਹਾਂ ਕੰਮ ਕਰਦਾ, ਕੀ ਤਰੀਕਾ ਹੈ। ਠੀਕ ਹੈ ਜੀ, ਫਿਰ ਕੈਰੀਅਰ ਕੰਪਨੀ ਹੀ ਏਸੀ ਲੈ ਕੇ ਆਈ ਇੰਡੀਆ ਦੇ ਵਿੱਚ ਵਰਲਡ ਵਾਈਡ। ਹਾਂਜੀ, ਉਹਨਾਂ ਨੇ ਬਣਾਇਆ। ਹੌਲੀ ਹੌਲੀ ਫਿਰ ਜਦੋਂ ਏਸੀ ਬਣੇ ਫਿਰ ਸਾਨੂੰ ਉਹਦੀਆਂ ਪ੍ਰੋਬਲਮ ਸਮਝ ਆਈਆਂ, ਰੈਫਰੀਜਰੈਂਟ ਦੇ ਨੁਕਸਾਨ ਸਮਝ ਆਏ, ਕਿਸ ਤਰ੍ਹਾਂ ਕੰਮ ਕਰਦੇ ਆ, ਇਲੈਕਟ੍ਰਿਸਿਟੀ ਦੀ ਕਿੰਨੀ ਮਤਲਬ ਹੁੰਦੀ ਹੈ, ਕੰਜ਼ੰਪਸ਼ਨ ਹੁੰਦੀ ਹੈ। ਫਿਰ BEE ਬਿਊਰੋ ਆਫ ਐਨਰਜੀ ਐਫੀਸ਼ੀਐਂਸੀ ਨੇ ਇੱਕ ਇਸ ਨਾਂ ਦੀ ਇੱਕ ਉਹਨਾਂ ਨੇ ਰੈਗੂਲੇਸ਼ਨ ਲਿਆਂਦੀ, ਬਣਾਇਆ ਕਿ ਕਿਸ ਲੈਵਲ 'ਤੇ ਕਿੰਨੀ ਬੱਤੀ ਲੱਗੇ ਅਤੇ ਕਿੰਨੇ BTU ਜਿਹੜੇ ਹੈਗੇ ਆ ਉਹ ਬ੍ਰਿਟਿਸ਼ ਥਰਮਲ ਯੂਨਿਟ ਜਿਹੜੀ ਕੂਲਿੰਗ ਨਿਕਲਦੀ ਹੈਗੀ ਹੈ, ਉਹ ਚੀਜ਼ਾਂ ਹੁਣ ਇਸ ਵੇਲੇ ਕਾਫੀ ਕੰਮ ਕਰਦੀਆਂ ਨੇ। ਅੱਜ ਦੀ ਡੇਟ ਵਿੱਚ ਜਿਹੜੇ ਸਾਨੂੰ ਪ੍ਰੋਬਲਮਸ ਆ ਰਹੇ ਆ, ਗਲੋਬਲ ਵਾਰਮਿੰਗ, ਜਿਹੜੀ ਤੁਸੀਂ ਹੀਟ ਦੀ ਗੱਲ ਕਰਦੇ ਸੀਗੇ, ਬਹੁਤ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ 에ਅਰ ਕੰਡੀਸ਼ਨ ਹੀਟ ਪ੍ਰੋਡਿਊਸ ਕਰਦਾ ਆ। ਬੇਸਿਕਲੀ 에ਅਰ ਕੰਡੀਸ਼ਨ ਹੀਟ ਪ੍ਰੋਡਿਊਸ ਨਹੀਂ ਕਰਦਾ, ਉਹ ਹੀਟ ਨੂੰ ਰਿਮੂਵ ਕਰਦਾ ਆ। ਬਟ ਉਹਦੇ ਵਿੱਚ ਜਿਹੜੇ ਰੈਫਰੀਜਰੈਂਟ ਜਿਹੜੀਆਂ ਗੈਸਾਂ ਪੈਂਦੀਆਂ ਆ ਉਹ ਜ਼ਰੂਰ ਹੀਟ ਨੂੰ ਵਧਾਉਣ 'ਚ ਕੰਮ ਆਉਂਦੀਆਂ ਆ। ਮੰਨ ਲਓ ਜਦੋਂ 에ਅਰ ਕੰਡੀਸ਼ਨ 'ਚੋਂ ਕੋਈ ਗੈਸ ਲੀਕ ਕਰਦੀ ਹੈ, ਉਹ ਜਦੋਂ ਐਟਮੋਸਫੇਅਰ 'ਚ ਜਾਂਦੀ ਹੈ ਅਤੇ ਉਹ ਹੀਟ ਵਧਾਉਂਦੀ ਹੈ, ਜਿਹਦੇ ਕਰਕੇ ਪ੍ਰੋਬਲਮਸ ਹੁੰਦੀਆਂ ਆ। ਅਤੇ ਅਸੀਂ ਉਹਦੇ 'ਤੇ ਲੱਗੇ ਹੋਏ ਕਾਫੀ ਕੰਮ ਕਰਦੇ ਪਏ ਹਾਂ, ਗਵਰਨਮੈਂਟ ਆਫ ਇੰਡੀਆ ਕਾਫੀ ਕੰਮ ਕਰਦੀ ਪਈ ਹੈ। ਅਤੇ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਨਵੀਆਂ ਗੈਸਾਂ ਲੈ ਕੇ ਆਵਾਂਗੇ ਜਿਹਦੇ ਨਾਲ ਕਿ ਇਕੋ ਫਰੈਂਡਲੀ ਹੋਣ, ਇਸ ਤਰ੍ਹਾਂ ਦੀ ਪ੍ਰੋਬਲਮਸ ਨੂੰ ਆਪਾਂ ਮਤਲਬ ਨਾ ਕ੍ਰੀਏਟ ਕਰ ਸਕੀਏ। ਸ਼ੁਕਰੀਆ। ਮੇਰੇ ਖਿਆਲ ਕਾਫੀ ਇਨਫੋਰਮੇਸ਼ਨ ਸਾਡੇ ਕੋਲ ਅਸੀਂ ਗੈਦਰ ਕਰ ਸਕੇ ਹਨ ਤੋਂ ਤਾਂ ਅਦਰਵਾਈਜ਼ ਡਿਸਕਸ਼ਨਸ ਅਸੀਂ ਬਹੁਤ ਲੰਬੇ ਵੀ ਕਰਦੇ ਨੇ, ਕੁਝ ਨਾ ਕੁਝ ਪੁਆਇੰਟਸ ਹੁੰਦੇ ਰਹਿਣਗੇ। ਅਤੇ ਮੈਂ ਬੰਟੀ ਸਿੰਘ ਉਹਨਾਂ ਦਾ, ਰਵਿੰਦਰਪਾਲ ਸਿੰਘ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦਾ ਕਿ ਇਹਨਾਂ ਟਾਈਮ ਸਪੇਅਰ ਕੀਤਾ ਬੜੇ ਬਿਜ਼ੀ ਸ਼ੈਡਿਊਲ ਤੋਂ। ਅਤੇ ਦਰਸ਼ਕੋ ਤੁਹਾਡਾ ਸ਼ੁਕਰੀਆ ਕਿ ਤੁਸੀਂ ਟਾਈਮ ਸਪੇਅਰ ਕੀਤਾ ਕਿ ਸਾਡੀ ਡਿਸਕਸ਼ਨ ਸੁਣੀ ਹੈ।